हाँ जी दोस्तों, स्वागत है ਤੁਹਾਡਾ ਸਾਰਿਆਂ ਦਾ ਸਟੱਡੀ ਫਾਈਟਰਸ ਦੇ ਵਿੱਚ। ਇਸ ਕਲਾਸ ਦੇ ਵਿੱਚ ਅੱਜ ਅਸੀਂ ਪੰਜਾਬੀ ਪੈਡਾਗੋਜੀ ਦਾ ਭੋਗ ਪਾ ਦੇਣਾ ਹੈ। ਤਾਂ ਭੋਗ ਪਾ ਦਾਂਗੇ ਕਿਉਂਕਿ ਜੋ ਵੀ ਸਿਲੇਬਸ ਦੇ ਅਕੋਰਡਿੰਗ ਟੌਪਿਕ ਮੈਂਸ਼ਨ ਸੀ ਇਹ ਆਪਣੀ ਥਿਊਰੀ ਕਵਰ ਹੋ ਜਾਏਗੀ। ਇਸ ਤੋਂ ਬਾਅਦ ਅਸੀਂ ਸਿਰਫ ਪ੍ਰੈਕਟਿਸ ਕਰਨੀ ਹੈ ਅਤੇ ਪੰਜਾਬੀ ਦੀ ਜੋ ਗ੍ਰਾਮਰ ਤੁਹਾਡੇ ਪੇਪਰ ਦੇ ਪੁਆਇੰਟ ਆਫ ਵਿਊ ਤੋਂ ਇੰਪੋਰਟੈਂਟ ਹੈ ਉਹ ਡਿਸਕਸ ਕਰਨੀ ਹੈ। ਠੀਕ ਹੈ ਜੀ। ਤਾਂ ਪੈਡਾਗੋਜੀ ਦੀ ਥਿਊਰੀ ਇਹਦਾ ਅੱਜ ਭੋਗ ਪੈ ਜਾਊਗਾ। ਠੀਕ ਹੈ। ਲੰਗਰ ਪਾਣੀ ਦਾ ਪ੍ਰਬੰਧ ਤੁਸੀਂ ਖੁਦ ਕਰੋਗੇ। ਠੀਕ ਹੈ। ਅਤੇ ਮੈਨੂੰ ਤਾਂ ਬਸ ਕੋਰੀਅਰ ਕਰਾ ਦਿਓ ਜੋ ਵੀ ਮੇਰੇ ਹਿੱਸੇ ਲੰਗਰ ਹੋਊਗਾ, ਬਾਕੀ ਤੁਸੀਂ ਛਕ ਛੁਕ ਲਿਓ। ਅਤੇ ਹੁਣ ਆਪਾਂ ਅੱਜ ਰਿਮੀਡੀਅਲ ਟੀਚਿੰਗ ਦਾ ਟੌਪਿਕ ਕਰਨਾ ਗਾ। ਅਤੇ ਰਿਮੀਡੀਅਲ ਟੀਚਿੰਗ ਦਾ ਟੌਪਿਕ ਕਰਨ ਤੋਂ ਪਹਿਲਾਂ ਦੱਸ ਦਈਏ ਤੁਹਾਨੂੰ ਕਿ ਆਪਣਾ ਜਿਹੜਾ ਐਪ ਹੈਗਾ ਬਹੁਤਿਆਂ ਨੇ ਦੇਖੋ ਕਰ ਰੱਖਿਆ ਇੰਸਟਾਲ, ਅਤੇ ਟੈਸਟ ਵੀ ਲਗਾ ਰਹੇ ਨੇ। ਜਿਹਨਾਂ ਨੇ ਹਾਲੇ ਤੱਕ ਨਹੀਂ ਇੰਸਟਾਲ ਕੀਤਾ ਤਾਂ ਇੰਸਟਾਲ ਕਰ ਲਓ ਪਲੇ ਸਟੋਰ 'ਤੇ ਜਾ ਕੇ, ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗੇ। ਜਾਂ ਤੁਸੀਂ ਐਪ ਦੇ ਵਿੱਚ ਚਲੇ ਜਾਂਦੇ ਹੋ, ਇੱਥੇ ਖੱਬੇ ਪਾਸੇ ਤੋਂ ਤੁਸੀਂ ਕੀ ਕਰ ਲੈਣਾ ਜੀ, ਇਹਨੂੰ ਖੋਲ੍ਹ ਲੈਣਾ। ਜਦੋਂ ਇਸ ਖੱਬੇ ਪਾਸੇ ਬਾਰ ਨੂੰ ਖੋਲ੍ਹ ਲਓ ਤੁਸੀਂ, ਤਾਂ ਇਸ ਬਾਰ ਦੇ ਵਿੱਚ ਕੀ ਹੈਗਾ, ਫਰੀ ਮਟੀਰੀਅਲ ਦੀ ਆਪਸ਼ਨ ਹੈ। ਇਸ ਫਰੀ ਮਟੀਰੀਅਲ ਦੀ ਆਪਸ਼ਨ ਦੇ ਉੱਤੇ ਜਾ ਕੇ ਤੁਸੀਂ ਇੱਥੇ ਤੋਂ ਜੋ ਵੀ ਫਰੀ ਦੇ ਵਿੱਚ ਵੀਡੀਓਜ਼ ਪ੍ਰੋਵਾਈਡ ਕਰਵਾਈਆਂ ਹੋਈਆਂ ਨੇ ਉਹ ਵੀਡੀਓ ਦੇਖ ਸਕਦੇ ਹੋ। ਅਤੇ ਇੱਥੇ ਫੋਲਡਰ ਬਣੇ ਹੋਏ ਨੇ ਸੀ-ਟੈਟ ਮਟੀਰੀਅਲ ਦਾ, ਫਰੀ ਕੰਟੈਂਟ ਦਾ। ਠੀਕ ਹੈ। ਅਤੇ ਸੀ-ਟੈਟ ਦੇ ਟੈਸਟ, ਅਤੇ ਇੱਕ ਟੈਸਟ ਵਾਲੀ ਆਪਸ਼ਨ ਹੈ ਉੱਤੇ, ਵੀਡੀਓ ਦੇ ਕੋਲ ਟੈਸਟ ਵਾਲੀ ਆਪਸ਼ਨ ਹੈ, ਉਹਦੇ 'ਚ ਜਾ ਕੇ ਤੁਸੀਂ ਟੈਸਟ ਲਗਾ ਸਕਦੇ ਹੋ। ਠੀਕ ਹੈ। ਤਾਂ ਫਰੀ ਟੈਸਟ ਨੇ, ਕੋਈ ਕਿਸੇ ਤੋਂ ਚਾਰਜ ਨਹੀਂ ਲਿਆ ਜਾਂਦਾ। ਤਾਂ ਇਹ ਸਾਰੇ ਫਰੀ ਟੈਸਟ ਤੁਸੀਂ ਜਾ ਕੇ ਅਟੈਂਪਟ ਕਰ ਸਕਦੇ ਹੋ। ਅਤੇ ਕਮੈਂਟ ਕਰਕੇ ਇਹ ਵੀ ਦੱਸਿਓ ਕਿ ਆਪਾਂ ਕੋਈ ਪ੍ਰੈਕਟਿਸ ਸੀਰੀਜ਼ ਲਾਂਚ ਕਰੀਏ ਇੱਕ ਨਵੀਂ। ਠੀਕ ਹੈ। ਵਧੀਆ ਲੱਗਦਾ ਤੁਹਾਨੂੰ ਆਪਣਾ ਕੰਟੈਂਟ ਤਾਂ ਜ਼ਰੂਰ ਦੱਸੋ ਪ੍ਰੈਕਟਿਸ ਸੀਰੀਜ਼ ਲਾਂਚ ਕਰੀਏ, ਅਤੇ ਕਿਹੜੇ ਕਿਹੜੇ ਉਸ ਪ੍ਰੈਕਟਿਸ ਸੀਰੀਜ਼ ਦੇ ਵਿੱਚ ਸ਼ਾਮਲ ਹੋਣ ਲਈ ਤਿਆਰ ਨੇ ਇਹ ਵੀ ਜ਼ਰੂਰ ਦੱਸਿਓ। ਤਾਂ ਦੇਖੋ ਜੀ, ਰਿਮੀਡੀਅਲ ਟੀਚਿੰਗ ਯਾਨੀ ਕਿ ਉਪਚਾਰਕ ਅਧਿਆਪਨ ਦੀ ਜਦੋਂ ਗੱਲ ਕਰਦੇ ਹਾਂ ਆਪਾਂ, ਰਿਮੀਡੀਅਲ ਦਾ ਮਤਲਬ ਕੀ ਹੈ, ਮਤਲਬ ਕਿ ਕਹਿ ਸਕਦੇ ਆਪਾਂ ਇਲਾਜ, ਹੱਲ ਕਰ ਦੇਣਾ। ਰਿਮੀਡੀਅਲ ਟੀਚਿੰਗ ਕੀ ਹੈ ਵੀ ਹੱਲ ਕਰਨ ਵਾਲਾ ਅਧਿਆਪਨ ਅਪਣਾਉਣਾ ਆਪਾਂ ਨੇ। ਹੁਣ ਦੇਖੋ ਗੱਲ ਸੁਣੋ, ਸਭ ਤੋਂ ਪਹਿਲਾਂ ਤੁਸੀਂ ਡਾਕਟਰ ਕੋਲ ਗਏ, ਡਾਕਟਰ ਕੀ ਕਰੂਗਾ, ਤੁਹਾਡਾ ਤਾਪਮਾਨ ਚੈੱਕ ਕਰੂਗਾ ਹੈ ਨਾ ਥਰਮਾਮੀਟਰ ਦੇ ਨਾਲ, ਜਾਂ ਫਿਰ ਕੋਈ ਹੋਰ ਬਲੱਡ ਪ੍ਰੈਸ਼ਰ ਚੈੱਕ ਕਰੇਗਾ। ਟੀਚਰ ਵੀ ਇਸੇ ਤਰ੍ਹਾਂ ਕੀ ਕਰੇਗਾ, ਆਪਣੇ ਬੱਚਿਆਂ ਨੂੰ ਕੀ ਕਰੇਗਾ, ਪਹਿਲਾਂ ਚੈੱਕਅਪ ਕਰੇਗਾ ਬੱਚਿਆਂ ਦਾ। ਜਦੋਂ ਹੁਣ ਉਹ ਬੱਚਿਆਂ ਦਾ ਚੈੱਕਅਪ ਕਰ ਰਿਹਾ ਤਾਂ ਉਹਨੂੰ ਤਾਂ ਕਹਿੰਦੇ ਨੇ ਡਾਇਗਨੋਸ ਕਰਨਾ। ਠੀਕ ਹੈ। ਮਤਲਬ ਕਿ ਨਿਦਾਨਾਤਮਕ ਅਧਿਆਪਨ ਕਹਿੰਦੇ ਹਾਂ ਹੁਣ ਤਾਂ ਆਪਾਂ, ਹੈ ਨਾ। ਤਾਂ ਡਾਇਗਨੋਸਟਿਕ ਟੀਚਿੰਗ ਆਖਦੇ ਹਾਂ। ਜਦੋਂ ਉਸ ਦੇ ਵਿੱਚ ਜੋ ਕੋਈ ਬਿਮਾਰੀ ਲੱਭ ਗਈ, ਜਿਵੇਂ ਡਾਕਟਰ ਹੈ, ਪਹਿਲਾਂ ਉਹਨੇ ਬਲੱਡ ਪ੍ਰੈਸ਼ਰ ਚੈੱਕ ਕਰ ਲਿਆ, ਥਰਮਾਮੀਟਰ ਦੇ ਨਾਲ ਤਾਪਮਾਨ ਵੀ, ਟੈਂਪਰੇਚਰ ਵੀ ਚੈੱਕ ਕਰ ਲਿਆ। ਉਸ ਤੋਂ ਬਾਅਦ ਜਦੋਂ ਇਹ ਸਭ ਚੀਜ਼ਾਂ ਚੈੱਕ ਕਰ ਲਈਆਂ, ਉਹਨੇ ਡਾਇਗਨੋਸ ਕਰ ਲਿਆ ਹੈ ਨਾ, ਬਿਮਾਰੀ ਨੂੰ ਲੱਭ ਗਈ ਉਹਨੂੰ ਬਿਮਾਰੀ, ਤਾਂ ਹੁਣ ਉਹ ਕੀ ਕਰੂਗਾ, ਇਲਾਜ ਕਰੂਗਾ। ਇਲਾਜ ਕਰਨ ਦੇ ਲਈ ਉਹ ਕੀ ਕਰੂਗਾ, ਪਹਿਲਾਂ ਦੇਖੂਗਾ ਵੀ ਮੇਰੇ ਕੋਲ ਇਹ ਦਵਾਈਆਂ ਅਵੇਲੇਬਲ ਨੇ, ਇਹ ਦਵਾਈਆਂ ਮੈਂ ਇਹਦੇ ਟੀਕਾ ਲਾਉਣਾ ਹੈ, ਇਹ ਦਵਾਈ ਦੇਣੀ ਹੈ, ਇਹ ਗੋਲੀ ਦੇਣੀ ਹੈ, ਕੈਪਸੂਲ ਦੇਣਾ, ਇਹ ਸਭ ਚੀਜ਼ਾਂ ਦਊਗਾ। ਅਤੇ ਉਸ ਤੋਂ ਬਾਅਦ ਇਲਾਜ ਹੋ ਜਾਊਗਾ। ਇਹ ਕੀ ਹੈ, ਰਿਮੀਡੀਅਲ ਟੀਚਿੰਗ ਹੈ। ਠੀਕ ਹੈ। ਇਲਾਜ ਕਰਨਾ ਰਿਮੀਡੀਅਲ ਟੀਚਿੰਗ ਹੈ। ਜਦੋਂ ਚੈੱਕਅਪ ਕਰ ਰਹੇ ਸੀ ਉਹ ਕੀ ਸੀ, ਡਾਇਗਨੋਸਟਿਕ ਟੀਚਿੰਗ ਸੀ। ਠੀਕ ਹੈ ਜੀ। ਤਾਂ ਡਾਇਗਨੋਸਟਿਕ ਟੀਚਿੰਗ ਕੀ ਹੁੰਦੀ ਹੈ, ਵਾਈਲ ਟੀਚਿੰਗ ਹੁੰਦੀ ਹੈ ਵੀ ਪੜ੍ਹਾਉਂਦੇ ਹੋਏ ਤਾਂ ਉਸ ਦੇ ਵਿੱਚ ਕੀ ਹੈ, ਟੈਸਟ ਲੈਣਾ ਹੈ ਨਾ, ਕੋਈ ਚੀਜ਼ ਸੁਣ ਕੇ ਦੇਖਣੀ, ਉਹ ਚੀਜ਼ ਸੀ। ਜਿਵੇਂ ਮਤਲਬ ਡਾਕਟਰ ਚੈੱਕਅਪ ਕਰਦਾ ਹੈ। ਠੀਕ ਹੈ। ਤਾਂ ਤੁਸੀਂ ਨੇ ਕੀ ਕਰ ਲਿਆ, ਚੈੱਕਅਪ ਕਰ ਲਿਆ। ਹੁਣ ਚੈੱਕਅਪ ਕਰਨ ਤੋਂ ਬਾਅਦ ਤੁਹਾਨੂੰ ਬਿਮਾਰੀਆਂ ਦਾ ਪਤਾ ਲੱਗ ਗਿਆ ਵੀ ਕਿਹੜੀਆਂ ਕਿਹੜੀਆਂ ਬਿਮਾਰੀਆਂ ਨੇ, ਹੈ ਨਾ। ਜੇ ਡਾਕਟਰ ਨੂੰ ਪਤਾ ਲੱਗਦਾ ਹੈ ਤਾਂ ਤੁਹਾਨੂੰ ਪਤਾ ਲੱਗ ਗਿਆ ਵਿਦਿਆਰਥੀ ਦੇ ਵਿੱਚ ਕਿਹੜੀਆਂ ਕਿਹੜੀਆਂ ਕਮੀਆਂ ਨੇ। ਠੀਕ ਹੈ। ਤਾਂ ਹੁਣ ਇਹ ਸਾਰੀ ਚੀਜ਼ ਨੂੰ ਕੀ ਤੁਸੀਂ ਡਾਇਗਨੋਸ ਕੀਤਾ, ਨਿਦਾਨ ਕਰਨਾ। ਠੀਕ ਹੈ। ਹੁਣ ਤੁਸੀਂ ਨੇ ਜਦੋਂ ਡਾਇਗਨੋਸ ਕਰ ਲਿਆ, ਤੁਸੀਂ ਸਮੱਸਿਆ ਦਾ ਕਾਰਨ ਵੀ ਸਮਝ ਲਿਆ ਵੀ ਵਿਦਿਆਰਥੀ ਪੜ੍ਹਨ ਦੇ ਵਿੱਚ ਪਿੱਛੇ ਹੈ, ਤਾਂ ਪਿੱਛੇ ਕਿਉਂ ਹੈ, ਸਮੱਸਿਆ ਦਾ ਕਾਰਨ ਸਮਝ ਲਿਆ। ਤੁਸੀਂ ਨੇ ਇਹ ਵੀ ਸੋਚਿਆ ਵੀ ਇਹ ਸਮੱਸਿਆ ਸੁਧਰੇਗੀ ਕਿਵੇਂ, ਵਿਦਿਆਰਥੀ ਸਹੀ ਕਿਵੇਂ ਪੜ੍ਹਨ ਲੱਗੇਗਾ। ਉਸ ਤੋਂ ਬਾਅਦ ਤੁਸੀਂ ਨੇ ਸੋਚਿਆ ਵੀ ਕਿਹੜੇ ਕਿਹੜੇ ਸਾਧਨ ਅਵੇਲੇਬਲ ਨੇ। ਠੀਕ ਹੈ। ਇਹ ਸਭ ਗੱਲਾਂ ਤੁਸੀਂ ਨੇ ਸੋਚੀਆਂ। ਡਾਇਗਨੋਸ ਕਰਦੇ ਹੋਏ ਤੁਸੀਂ ਨੇ ਬਿਮਾਰੀ ਚੈੱਕ ਕੀਤੀ, ਉਹ ਚੈੱਕ ਕੀਤੀ ਹੋਈ ਬਿਮਾਰੀ 'ਤੇ ਦੇਖਿਆ ਵੀ ਕੀ ਕਾਰਨ ਹੈ, ਕਿਵੇਂ ਸੁਧਰੇਗੀ, ਕਿਹੜੇ ਕਿਹੜੇ ਮੇਰੇ ਕੋਲ ਸਾਧਨ ਨੇ। ਤਾਂ ਇਹ ਸਭ ਕੰਮਾਂ ਦੇ ਬੇਸ 'ਤੇ ਤੁਸੀਂ ਕੀ ਕੀਤਾ, ਐਕਸ਼ਨ ਕੀਤਾ, ਕਾਰਵਾਈ ਕੀਤੀ। ਤਾਂ ਇਹ ਐਕਸ਼ਨ ਦੇ ਨਾਲ ਕੀ ਆ ਗਿਆ, ਸੁਧਾਰ ਆ ਗਿਆ, ਇੰਪਰੂਵਮੈਂਟ ਆ ਗਈ। ਠੀਕ ਹੈ। ਤਾਂ ਇੰਪਰੂਵਡ ਲਰਨਿੰਗ ਆਊਟਕਮਸ ਆ ਗਈਆਂ, ਜਿਹਨੂੰ ਆਪਾਂ ਨੇ ਕੀ ਦਾ ਨਾਂ ਦਿੱਤਾ, ਰਿਮੀਡੀਅਲ ਦਾ। ਠੀਕ ਹੈ। ਉਪਚਾਰ ਹੋ ਗਿਆ, ਇਲਾਜ ਹੋ ਗਿਆ, ਹੱਲ ਹੋ ਗਿਆ। ਠੀਕ ਹੈ ਜੀ। ਤਾਂ ਇਹ ਪੂਰਾ ਪ੍ਰੋਸੈਸ ਕੀ ਹੈ, ਰਿਮੀਡੀਅਲ ਟੀਚਿੰਗ ਦਾ ਪ੍ਰੋਸੈਸ ਹੈ। ਠੀਕ ਹੈ। ਤਾਂ ਇਸੇ ਤਰ੍ਹਾਂ ਡਾਕਟਰ ਕਰਦਾ ਹੈ। ਡਾਕਟਰ ਕੀ ਕਰਦਾ, ਪਹਿਲਾਂ ਚੈੱਕਅਪ ਕਰ ਰਿਹਾ ਹੈ, ਚੈੱਕਅਪ ਕਰ ਲਿਆ, ਫਿਰ ਉਹਨੇ ਦੇਖਿਆ ਵੀ ਗੋਲੀ ਦੇਣੀ ਪਊਗੀ, ਕੈਪਸੂਲ ਦੇਣਾ ਪਊਗਾ, ਟੀਕਾ ਲਾਉਣਾ ਪਊਗਾ। ਫਿਰ ਉਹਨੇ ਸਭ ਚੀਜ਼ਾਂ ਦੇ ਦਿੱਤੀਆਂ, ਗੋਲੀ ਵੀ ਦੇ ਦਿੱਤੀ, ਟੀਕਾ ਵੀ ਲਾਤਾ, ਕੈਪਸੂਲ ਵੀ ਦੇ ਦਿੱਤੇ, ਸਾਰੀਆਂ ਚੀਜ਼ਾਂ ਖਵਾਤੀਆਂ। ਤਾਂ ਉਹ ਕੀ ਹੋ ਗਿਆ, ਜਮਾ ਰਿਸਟ ਪੁਸਟ ਹੋ ਗਿਆ। ਠੀਕ ਹੈ। ਤਾਂ ਇਸ ਤਰੀਕੇ ਨਾਲ ਕੀ ਆ ਗਿਆ, ਸੁਧਾਰ ਆ ਗਿਆ। ਇਸੇ ਤਰ੍ਹਾਂ ਤੁਸੀਂ ਕੋਈ ਬੱਚਾ ਪੜ੍ਹਨ ਦੇ ਵਿੱਚ ਕਮਜ਼ੋਰ ਹੈ, ਤੁਸੀਂ ਪਹਿਲਾਂ ਕੀ ਕਰਿਆ, ਉਹਨੂੰ ਚੈੱਕ ਕਰਿਆ ਵੀ ਸ਼ਾਇਦ ਇਹਨੂੰ ਪੜ੍ਹਨ ਦੇ ਵਿੱਚ ਦਿੱਕਤ ਹੈ,
ਫਿਰ ਤੁਸੀਂ ਨੇ ਦੇਖਿਆ ਪੜ੍ਹਨ ਦਾ ਕਾਰਨ ਕੀ ਹੈ, ਅੱਖਰ ਨਹੀਂ ਸਪਸ਼ਟ ਲਿਖੇ ਹੋਏ, ਇਹਦੀ ਅੱਖਾਂ ਦੀ ਨਿਗਾਹ ਘੱਟ ਹੈ ਜਾਂ ਇਹਨੂੰ ਸਮਝਣ 'ਚ ਦਿੱਕਤ ਹੈ, ਕਿਵੇਂ ਸੁਧਰੇਗੀ? ਇਹਦੇ ਜਾਂ ਤਾਂ ਚਸ਼ਮਾ ਲਗਾਉਣਾ ਪਏਗਾ, ਨਿਗਾਹ ਘੱਟ ਹੈ, ਪੜ੍ਹਨ ਦੇ 'ਚ ਸਮੱਸਿਆ, ਤਾਂ ਇਹਨੂੰ ਅੱਖਰਾਂ ਦੇ ਅਰਥ ਸਮਝਾਉਣੇ ਪੈਣਗੇ, ਅੱਖਰਾਂ ਦੀ ਬਣਤਰ ਸਮਝਾਉਣੀ ਪਏਗੀ, ਕਿਹੜੇ ਕਿਹੜੇ ਸਾਧਨ ਨੇ, ਕਿਹਦੇ ਕੋਲ ਟੈਕਸਟ ਬੁੱਕ ਹੈ, ਇਹਦੇ ਕੋਲ ਵਿਜ਼ੂਅਲ ਏਡਸ ਆਪਣੇ ਕੋਲ ਅਵੇਲੇਬਲ ਨੇ, ਉਹ ਸਭ ਚੀਜ਼ਾਂ। ਤਾਂ ਉਹਦੇ ਬੇਸ 'ਤੇ ਤੁਸੀਂ ਇੱਕ ਕਾਰਵਾਈ ਕੀਤੀ, ਐਕਸ਼ਨ ਲਿਆ, ਅਤੇ ਉਸ ਤੋਂ ਬਾਅਦ ਬੱਚਾ ਕੀ ਕਰਨ ਲੱਗ ਗਿਆ, ਵਧੀਆ ਪੜ੍ਹਨ ਲੱਗ ਗਿਆ। ਇਹ ਕੀ ਹੋ ਗਈ, ਰਿਮੀਡੀਅਲ ਟੀਚਿੰਗ ਹੋ ਗਈ, ਯਾਨੀ ਕਿ ਸੁਧਾਰ ਆ ਗਿਆ, ਇੰਪਰੂਵਡ ਲਰਨਿੰਗ ਆਊਟਕਮ ਹੋ ਗਈ, ਜਿਸ ਨੂੰ ਆਪਾਂ ਰਿਮੀਡੀਅਲ ਟੀਚਿੰਗ ਕਹਿ ਰਹੇ ਹਾਂ। ਤਾਂ ਇਹੀ ਚੀਜ਼ ਰਿਮੀਡੀਅਲ ਟੀਚਿੰਗ ਸੀ, ਸਾਰਾ ਕਨਸੈਪਟ ਇਹ ਡਾਇਗਰਾਮ ਦੇ ਵਿੱਚ ਹੀ ਛੁਪਿਆ ਹੋਇਆ ਸੀਗਾ। ਤਾਂ ਹੁਣ ਇਹਨੂੰ ਆਪਾਂ ਥੋੜ੍ਹਾ ਜਿਹਾ ਪੁਆਇੰਟ ਆਫ ਵਿਊ ਸਮਝਦੇ ਹਾਂ ਥਿਊਰੀ ਦੇ ਪੱਖੋਂ। ਸਿੱਖਣ ਵਿੱਚ ਕਿਸੇ ਵੀ ਪੱਖ ਤੋਂ ਪਛੜੇ ਹੋਏ ਬੱਚੇ, ਠੀਕ ਹੈ, ਯਾਨੀ ਕਿ ਸਲੋ ਲਰਨਰ ਹੋਣ, ਅਨਅਚੀਵਰ ਹੋਣ, ਠੀਕ ਹੈ, ਤਾਂ ਅਧਿਆਪਕ ਨਿਧਿਆਨਾਤਮਕ ਅਧਿਆਪਨ ਕਰਦਾ ਹੈ, ਠੀਕ ਹੈ, ਅਤੇ ਉਸ ਤੋਂ ਬਾਅਦ ਉਪਚਾਰਾਤਮਕ ਅਧਿਆਪਨ ਕਰਦਾ ਹੈ। ਮਤਲਬ ਉਹੀ ਗੱਲ ਹੋ ਗਈ ਵੀ ਜਿਹੜੇ ਸਲੋ ਲਰਨਰ ਸੀ, ਅਨਅਚੀਵਰ ਬੱਚੇ ਸੀ, ਉਹਨਾਂ ਨੂੰ ਪਹਿਲਾਂ ਡਾਇਗਨੋਸ ਕੀਤਾ, ਡਾਇਗਨੋਸਟਿਕ ਟੀਚਿੰਗ ਹੋਈ, ਫਿਰ ਕੀ ਹੋਈ, ਰਿਮੀਡੀਅਲ ਟੀਚਿੰਗ ਹੋਈ, ਜਿਸ ਦੇ ਬੇਸ 'ਤੇ ਅਧਿਆਪਕ ਨੇ ਕੀ ਕਰਤਾ, ਉਹਨਾਂ ਦਾ ਹੱਲ ਕਰਤਾ, ਠੀਕ ਹੈ। ਤਾਂ ਇਸ ਚੀਜ਼ ਨੂੰ ਧਿਆਨ ਵਿੱਚ ਰੱਖੋ। ਇੱਥੇ ਕੁਐਸਚਨ ਕੀ ਪੁੱਛਿਆ ਸਕਦਾ ਹੈ, ਰਿਮੀਡੀਅਲ ਟੀਚਿੰਗ ਕਿੰਨਾ ਬੱਚਿਆਂ ਨੇ ਕੀਤੀ ਜਾਂਦੀ ਹੈ, ਸਲੋ ਲਰਨਰ ਅਤੇ ਅਨਅਚੀਵਰ ਬੱਚਿਆਂ ਦੀ। ਪਹਿਲਾਂ ਕੀ ਕੀਤਾ ਜਾਂਦਾ, ਡਾਇਗਨੋਸਟਿਕ ਟੀਚਿੰਗ ਹੁੰਦੀ ਹੈ, ਫਿਰ ਰਿਮੀਡੀਅਲ ਟੀਚਿੰਗ ਹੁੰਦੀ ਹੈ। ਅਤੇ ਇਸ ਤੋਂ ਬਾਅਦ ਇਹਦੇ ਵਿੱਚ ਕੀ ਕੁਛ ਸ਼ਾਮਲ ਹੁੰਦਾ ਹੈ, ਰਿਮੂਵਸ ਡੈਫੀਸ਼ੀਐਂਸੀ ਆਫ ਸਕਿੱਲ ਔਰ ਨੌਲੇਜ, ਮਤਲਬ ਕਿ ਗਿਆਨ ਦੇ ਵਿੱਚ ਅਤੇ ਕੌਸ਼ਲਤਾਵਾਂ ਦੇ ਵਿੱਚ, ਠੀਕ ਹੈ, ਉਹਦੀ ਜਿਹੜੀ ਕੁਸ਼ਲਤਾ ਸੀ, ਠੀਕ ਹੈ, ਉਸ ਦਾ ਮਾਹਿਰ ਸੀ, ਨਿਪੁੰਨਤਾ ਸੀ, ਤਾਂ ਉਸ ਦੇ ਵਿੱਚ ਡੈਫੀਸ਼ੀਐਂਸੀਜ਼ ਕੀ ਨੇ, ਤਰੁੱਟੀਆਂ ਕੀ ਨੇ, ਕਮੀਆਂ ਕੀ ਨੇ, ਉਹਨਾਂ ਕਮੀਆਂ ਨੂੰ ਖਤਮ ਕਰਨਾ ਕੀ ਹੈ, ਰਿਮੀਡੀਅਲ ਟੀਚਿੰਗ ਹੈ। ਫਿਲ ਗੈਪਸ ਬਾਈ ਪ੍ਰੋਵਾਈਡਿੰਗ ਸਪੋਰਟ, ਬੱਚੇ ਨੂੰ ਸਪੋਰਟ ਦੇਣੀ ਹੈ, ਉਹਨੂੰ ਆਪਾਂ ਸਮਰਥਨ ਦੇਣਾ ਆਪਣਾ, ਵੀ ਬੱਚੇ ਤੂੰ ਕਰਨ ਦੀ ਕੋਸ਼ਿਸ਼ ਕਰ, ਮੈਂ ਤੇਰੇ ਨਾਲ ਹਾਂ, ਜਿੱਥੇ ਗਲਤੀ ਹੋਊਗੀ ਮੈਂ ਤੈਨੂੰ ਦੱਸਾਂਗਾ, ਠੀਕ ਹੈ। ਤਾਂ ਆਪਾਂ ਨੇ ਉਹਨੂੰ ਕੀ ਕਰਨਾ, ਸਪੋਰਟ ਦੇਣੀ ਹੈ, ਕੀ ਕਰਨ ਦੇ ਲਈ, ਇਹਨਾਂ ਗੈਪਸ ਨੂੰ ਫਿਲ ਕਰਨ ਦੇ ਲਈ। ਹੋ ਸਕਦਾ ਆਪਾਂ ਬੱਚੇ ਨੂੰ ਕਹਿ ਰਹੇ ਹਾਂ ਤੂੰ ਲਿਖ, ਤੂੰ ਸਹੀ ਨਹੀਂ ਲਿਖਦਾ, ਤਾਂ ਉਹ ਸਹੀ ਕਿੱਥੋਂ ਲਿਖੋ ਜਦੋਂ ਉਹਨੂੰ ਸਹੀ ਪੜ੍ਹਨਾ ਨਹੀਂ ਆਉਂਦਾ। ਤਾਂ ਪਹਿਲਾਂ ਆਪਾਂ ਨੇ ਉਹਨੂੰ ਸਹੀ ਪੜ੍ਹਨਾ ਸਿਖਾਉਣਾ ਹੈ। ਪੜ੍ਹਨਾ ਪਹਿਲਾਂ ਦੇਖੋ, ਪਹਿਲਾਂ ਸੁਣਨਾ ਸਿੱਖੂਗਾ ਚੰਗੀ ਤਰ੍ਹਾਂ, ਫਿਰ ਬੋਲਣਾ, ਫਿਰ ਪੜ੍ਹਨਾ, ਫਿਰ ਲਿਖਣਾ ਸਿੱਖੂਗਾ। ਤਾਂ ਇਹ ਗੈਪਸ ਨੂੰ ਫਿਲ ਕਰਨਾ ਆਪਾਂ ਨੇ, ਪਹਿਲਾਂ ਪੜ੍ਹਨਾ ਸਿਖਾਵਾਂਗੇ, ਫਿਰ ਉਹਦੇ ਲਿਖਣ 'ਤੇ ਧਿਆਨ ਦੇਵਾਂਗੇ। ਤਾਂ ਇੱਥੇ ਗੈਪ ਕਿੱਥੇ ਰਹਿ ਗਿਆ, ਡਿਫਰੈਂਸ ਕਿੱਥੇ ਰਹਿ ਗਿਆ, ਉਹਨੂੰ ਆਪਾਂ ਨੇ ਭਰਨਾ ਹੈਗਾ। ਇੰਪਰੂਵ ਡਿਫੈਕਟਸ ਬਾਈ ਪ੍ਰੋਵਾਈਡਿੰਗ ਇੰਸਟਰਕਸ਼ਨਲ ਕਰੈਕਟਿਵਨੈਸ, ਮਤਲਬ ਕਿ ਜਿਹੜੀਆਂ ਕਮੀਆਂ ਨੇ, ਡਿਫੈਕਟਸ ਨੇ, ਜੋ ਉੱਥੇ ਵੀ ਕਮੀ ਰਹਿ ਗਈ, ਉਹਨੂੰ ਆਪਾਂ ਨੇ ਇੰਪਰੂਵ ਕਰਨ ਦੀ ਕੋਸ਼ਿਸ਼ ਕਰਨੀ ਹੈ। ਉਸ ਨੂੰ ਇੰਸਟਰਕਸ਼ਨ ਦੇ ਕੇ, ਸਾਵਧਾਨੀ ਦੱਸ ਕੇ ਵੀ ਤੂੰ ਇਹ ਕਰ, ਇਹ ਨਾ ਕਰ, ਨਿਰਦੇਸ਼ ਦੇ ਕੇ ਉਸਨੂੰ ਕੀ ਕਰਨਾ ਹੈ, ਚੀਜ਼ਾਂ ਨੂੰ ਸਹੀ ਕਰਵਾਉਣਾ ਹੈਗਾ। ਸੋਲਵ ਪ੍ਰੋਬਲਮਸ ਆਫ ਲਰਨਰ ਐਂਡ ਨੀਡ ਟੂ ਇੰਪਰੂਵ, ਮਤਲਬ ਕਿ ਬੱਚੇ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਹੱਲ ਕਰਨਾ ਹੈ। ਲੋੜ ਕਾਹਦੀ ਹੈ, ਇਸ ਚੀਜ਼ ਦੀ ਲੋੜ ਹੈ ਵੀ ਆਪਾਂ ਇੰਪਰੂਵਮੈਂਟ ਕਰੀਏ, ਕਾਹਦੇ ਵਿੱਚ ਇੰਪਰੂਵਮੈਂਟ ਕਰੀਏ, ਇੰਪਰੂਵ ਹੈਬਿਟਸ, ਉਸ ਦੀਆਂ ਆਦਤਾਂ ਨੂੰ ਸੁਧਾਰੀਏ। ਹੋ ਸਕਦਾ ਬੱਚੇ ਨੂੰ ਪੜ੍ਹਨ ਦੇ ਵਿੱਚ ਤਾਂ ਸਮੱਸਿਆ ਸੀ ਵੀ ਉਹ ਕਿਤਾਬ ਨੂੰ ਸਹੀ ਦੂਰੀ 'ਤੇ ਨਹੀਂ ਰੱਖ ਰਿਹਾ ਸੀ, ਹੈ ਨਾ, ਜਾਂ ਫਿਰ ਉਹ ਅੱਖਾਂ ਨਹੀਂ ਚੰਗੀ ਤਰ੍ਹਾਂ ਖੁੱਲ੍ਹ ਰਿਹਾ ਸੀ, ਲਾਈਟਿੰਗ ਦੀ ਦਿੱਕਤ ਸੀ, ਜਿਹੜੀਆਂ ਵੀ ਕਮੀਆਂ ਸੀ ਉਹਨੂੰ ਸੁਧਾਰੀਏ। ਹੋ ਸਕਦਾ ਬੱਚਾ ਸਿੱਖਣ ਦੇ ਵਿੱਚ ਪਿੱਛੇ ਹੈ ਕਿਉਂਕਿ ਉਹ ਕਲਾਸ ਦੇ ਵਿੱਚ ਲੇਟ ਆਉਂਦਾ, ਤਾਂ ਉਹਨਾਂ ਕਮੀਆਂ ਨੂੰ ਇੰਪਰੂਵ ਕਰਨਾ ਆਪਾਂ ਨੇ, ਹੈ ਨਾ। ਕਰੈਕਟ ਐਰਰ, ਜਿੱਥੇ ਵੀ ਮਿਸਟੇਕ ਹੈ, ਹੋ ਸਕਦਾ ਉਹਨੇ ਕਾਪੀ ਦੇ ਉੱਤੇ ਆਪਣਾ ਪਾਠ ਲਿਖੇ ਗਲਤ ਰੱਖਿਆ, ਫਿਰ ਉਹ ਉੱਥੇ ਤੋਂ ਯਾਦ ਵੀ ਗਲਤ ਕਰੂਗਾ ਅਤੇ ਲਿਖੂਗਾ ਵੀ ਗਲਤ, ਤਾਂ ਉਹਦੀ ਕਾਪੀ ਦੀਆਂ ਐਰਰਸ ਨੂੰ ਆਪਾਂ ਸੁਧਾਰੀਏ। ਇੰਪਰੂਵਮੈਂਟ ਪਰਸਨੈਲਿਟੀ, ਉਹਦੀ ਪਰਸਨੈਲਿਟੀ ਨੂੰ ਸੁਧਾਰੀਏ ਵੀ ਤੂੰ ਇਹ ਕਰ, ਇਹ ਨਾ ਕਰ, ਕੁਝ ਐਕਸਰਸਾਈਜ਼ਾਂ ਦੱਸੀਏ ਉਹਨੂੰ ਕਰਨ ਵਾਸਤੇ, ਹੈ ਨਾ, ਉਹਨੂੰ ਖੁਸ਼ ਰਹਿਣ ਦਾ ਤਰੀਕਾ ਦੱਸੀਏ, ਫਿਰ ਉਹ ਵਧੀਆ ਪੜ੍ਹ ਸਕੇਗਾ। ਤਾਂ ਇਸ ਤਰ੍ਹਾਂ, ਠੀਕ ਹੈ। ਸਬਸਟੀਟਿਊਟ ਗੁੱਡ ਹੈਬਿਟ ਐਂਡ ਇੰਟਰਸਟਸ, ਉਹਦੀਆਂ ਜੋ ਵੀ ਰੁਚੀਆਂ ਨੇ, ਚੰਗੀਆਂ ਆਦਤਾਂ ਨੇ, ਉਹਨਾਂ ਨੂੰ ਕੀ ਕਰਨਾ ਆਪਾਂ ਨੇ, ਦੇਖਣਾ ਹੈਗਾ, ਠੀਕ ਹੈ, ਉਹਨਾਂ ਨੂੰ ਹੋਰ ਵੀ ਇਨਕਰੀਜ਼ ਕਰਨ ਦੀ ਕੋਸ਼ਿਸ਼ ਕਰਨੀ ਹੈ। ਅਤੇ ਜਿਹੜੀ ਰਿਮੀਡੀਅਲ ਟੀਚਿੰਗ ਦਾ ਪੂਰਾ ਆਪਾਂ ਪ੍ਰੋਸੈਸ ਸਮਝਿਆ, ਇਹਦੇ 'ਚ ਕੁਝ ਗੱਲ ਹੁੰਦੀ ਹੈ। ਦੇਖੋ, ਪਹਿਲਾਂ ਤੁਸੀਂ ਕੀ ਕੀਤਾ, ਟੈਸਟ ਲਿਆ। ਟੈਸਟ ਕਾਹਦੇ ਲਈ ਕਹਿ ਰਹੇ ਹਾਂ, ਡਾਇਗਨੋਸ ਕਰਨ ਦੇ ਲਈ, ਬੱਚੇ ਦੀਆਂ ਕਮੀਆਂ ਨੂੰ ਪਤਾ ਕਰਨ ਦੇ ਲਈ ਆਪਾਂ ਕੀ ਕਰ ਰਹੇ ਹਾਂ, ਟੈਸਟ ਲੈ ਰਹੇ ਹਾਂ, ਡਾਇਗਨੋਸ ਕਰ ਰਹੇ ਹਾਂ ਉਹਨੂੰ। ਟੈਸਟ ਦੇਣ ਤੋਂ ਬਾਅਦ ਆਪਾਂ ਨੇ ਪੜ੍ਹਾਇਆ, ਟੈਸਟ ਲੈ ਕੇ ਆਪਾਂ ਨੂੰ ਕਮੀਆਂ ਦਾ ਪਤਾ ਲੱਗ ਗਿਆ, ਹੁਣ ਆਪਾਂ ਟੀਚ ਕਰ ਰਹੇ ਹਾਂ, ਯਾਨੀ ਕਿ ਰਿਮੀਡੀਅਲ ਟੀਚਿੰਗ ਹੋ ਗਈ। ਇਹ ਟੀਚਿੰਗ ਕਰ ਰਹੇ ਹਾਂ, ਉਹਨੂੰ ਪੜ੍ਹਾ ਰਹੇ ਹਾਂ। ਹੁਣ ਪੜ੍ਹਾਉਣ ਤੋਂ ਬਾਅਦ ਵੀ ਨਹੀਂ ਸੁਧਾਰ ਆਇਆ ਤਾਂ ਆਪਾਂ ਰੀਟੀਚ ਕਰਾਂਗੇ, ਸਮਝ ਗਏ। ਪਹਿਲਾਂ ਟੈਸਟ ਲਿਆ, ਪਤਾ ਲੱਗ ਗਿਆ ਕਮੀਆਂ ਦਾ, ਫਿਰ ਇਲਾਜ ਕੀਤਾ, ਫਿਰ ਕਮੀਆਂ ਦਾ ਪਤਾ ਲਗਾ ਲਿਆ, ਫਿਰ ਇਲਾਜ ਕੀਤਾ, ਜੇ ਕਮੀ ਰਹਿ ਗਈ ਕਿਤੇ ਫਿਰ ਇਲਾਜ ਕਰਾਂਗੇ। ਜਿਵੇਂ ਡਾਕਟਰ ਹੈ, ਹੁਣ ਇੱਕ ਵਾਰ ਦਵਾਈ ਦੇ ਦਿੱਤੀ, ਉਹ ਦਵਾਈ ਨਾਲ ਤੁਸੀਂ ਠੀਕ ਨਹੀਂ ਹੋਏ, ਤਾਂ ਉਹ ਹੁਣ ਐਂ ਥੋੜ੍ਹੀ ਕਹੂਗਾ ਵੀ ਨਾ ਵਗ ਜਾ ਕਿਤੇ, ਮੈਂ ਨਹੀਂ ਤੈਨੂੰ ਦਵਾਈ ਦਿੰਦਾ, ਤਾਂ ਉਹ ਕੀ ਕਹਿ ਦੂਗਾ, ਦੁਬਾਰੇ ਦਵਾਈ ਦੇ ਦੂਗਾ, ਦੁਬਾਰੇ ਚੈੱਕਅਪ ਕਰ ਲੂਗਾ, ਪਹਿਲਾਂ ਨਾਲੋਂ ਕਿੰਨਾ ਕੁ ਫਰਕ ਹੈ, ਇੰਪਰੂਵਮੈਂਟ ਕਿੰਨੀ ਕੁ ਹੈ, ਉਹਦੇ ਬੇਸ 'ਤੇ ਫਿਰ ਦਵਾਈ ਦੇਊਗਾ। ਤਾਂ ਇਸੇ ਤਰ੍ਹਾਂ ਟੀਚਰ ਟੈਸਟ ਲਏਗਾ, ਪਹਿਲਾਂ ਡਾਇਗਨੋਸ ਕਰ ਰਿਹਾ, ਟੈਸਟ ਲੈ ਕੇ ਟੈਸਟ ਕੀ ਡਾਇਗਨੋਸ ਕਰਨ ਦਾ ਤਰੀਕਾ ਹੈ, ਫਿਰ ਟੀਚ ਕਰ ਰਿਹਾ, ਟੀਚ ਕਰਨ ਤੋਂ ਬਾਅਦ ਕਮੀ ਰਹਿ ਗਈ, ਫਿਰ ਰੀਟੀਚ ਕਰ ਰਿਹਾ। ਇਹ ਪ੍ਰੋਸੈਸ ਇੱਦਾਂ ਹੀ ਚੱਲਦਾ ਜਾਂਦਾ ਹੈ। ਤਾਂ ਇਸ ਤਰੀਕੇ ਨਾਲ ਇਹ ਸਭ ਰਿਮੀਡੀਅਲ ਟੀਚਿੰਗ ਹੈ। ਅਤੇ ਹੁਣ ਰਿਮੀਡੀਅਲ ਟੀਚਿੰਗ ਦੀਆਂ ਕੁਝ ਟੈਕਨੀਕਸ ਨੇ, ਠੀਕ ਹੈ, ਮਤਲਬ ਕਿ ਜਿਹੜਾ ਉਪਚਾਰਾਤਮਕ ਅਧਿਆਪਨ ਹੈ,
ਇਸ ਦੀਆਂ ਕੁਝ ਤਕਨੀਕਾਂ ਵਰਤ ਕੇ ਆਪਾਂ ਇਹ ਰਿਮੀਡੀਅਲ ਟੀਚਿੰਗ ਦਾ ਪ੍ਰੋਸੈਸ ਕੰਪਲੀਟ ਕਰ ਸਕਦੇ ਹਾਂ। ਜਿਵੇਂ ਕਿ ਦੇਖੋ ਰਿਵੀਜ਼ਨ, ਬੱਚੇ ਨੂੰ ਵੱਧ ਤੋਂ ਵੱਧ ਰਿਵੀਜ਼ਨ ਕਰਵਾਓ। ਪੀਅਰ ਗਰੁੱਪ ਦੇ ਵਿੱਚ ਉਹਨੂੰ ਬੈਠਣ ਦਾ ਮੌਕਾ ਦਿਓ ਵੀ ਤੂੰ ਆਪਣੇ ਦੋਸਤ ਤੋਂ ਪੁੱਛ ਕੇ ਆਏ ਚੀਜ਼। ਜਦੋਂ ਦੋਸਤ ਆਪਣੇ ਪੁਆਇੰਟ ਆਫ ਵਿਊ ਤੋਂ ਦੱਸੂਗਾ, ਜਿਵੇਂ ਨਿਆਣੇ ਬੱਚਾ ਹੈ ਉਹਨੂੰ ਆਪਦੀ ਮੱਤ ਦੇ ਅਨੁਸਾਰ ਦੱਸੂਗਾ ਉਹ, ਤਾਂ ਉਹ ਬਿਲਕੁਲ ਵਧੀਆ ਦੱਸ ਸਕੇਗਾ। ਐਕਸ਼ਨ ਰਿਸਰਚ ਕਰਵਾਈ ਜਾਵੇ, ਚਾਈਲਡ ਸੈਂਟਰਡ ਐਕਟੀਵਿਟੀਜ਼ ਕਰਾਈ ਜਾਣ ਜਿਹਦੇ ਵਿੱਚ ਬੱਚਾ ਸ਼ਾਮਲ ਹੋਵੇ, ਇਨਵੋਲਵ ਹੋਵੇ, ਹੈ ਨਾ। ਜਿਹੜੀ ਟੀਚਿੰਗ ਏਡਸ ਨੇ ਉਹ ਸਹੀ ਹੋਣੀ ਚਾਹੀਦੀਆਂ ਨੇ। ਇੰਡੀਵਿਜੂਅਲ ਐਜੂਕੇਸ਼ਨ ਪ੍ਰੋਗਰਾਮ ਦੇਣੇ ਚਾਹੀਦੇ ਨੇ ਅਤੇ ਸੂਟੇਬਲ ਟੀਚਿੰਗ ਲਰਨਿੰਗ ਮਟੀਰੀਅਲ, ਜਿਵੇਂ ਆਪਾਂ ਪਿਛਲੀ ਕਲਾਸ ਦੇ ਵਿੱਚ ਡਿਸਕਸ ਕੀਤਾ ਸੀ, ਉਹ ਸਹੀ ਹੋਵੇ। ਬੱਚਾ ਦੇਖ ਕੇ ਸਿੱਖਦਾ ਹੈ। ਜਿਵੇਂ ਆਪਾਂ ਨੇ ਬਾਰਕ ਦੀ ਗੱਲ ਕੀਤੀ ਸੀ ਨਾ, VARK ਬਾਰਕ ਦੀ ਗੱਲ ਕੀਤੀ ਸੀ। ਹੁਣ ਜਿਹੜਾ ਬੱਚਾ ਵਿਜ਼ੂਅਲੀ ਸਿੱਖਦਾ ਉਹਨੂੰ ਵਿਜ਼ੂਅਲੀ ਏਡਸ ਪ੍ਰੋਵਾਈਡ ਕਰਵਾਓ, ਜਿਹੜਾ ਆਡੀਓ ਦੇ ਥਰੂ ਸਿੱਖਦਾ ਉਹਨੂੰ ਆਡੀਓਵਲ ਟੀਚਿੰਗ ਏਡਸ ਪ੍ਰੋਵਾਈਡ ਕਰਵਾਓ, ਅਤੇ ਜਿਹੜਾ ਰੀਡਿੰਗ ਦੇ ਥਰੂ ਸਿੱਖਦਾ ਉਹਨੂੰ ਚੰਗੀਆਂ ਸਕ੍ਰੈਪ ਬੁੱਕਸ, ਟੈਕਸਟ ਬੁੱਕਸ, ਕੋਈ ਮਤਲਬ ਲਿਟਰੇਚਰ ਪ੍ਰੋਵਾਈਡ ਕਰਵਾਓ। ਜਿਹੜਾ ਕਾਈਨਸਥੈਟੀਕਲੀ ਸਿੱਖਦਾ ਉਹਨੂੰ ਕੋਈ ਟੂਰ 'ਤੇ ਲੈ ਕੇ ਜਾਓ, ਉਸ ਨੂੰ ਕੁਝ ਚੀਜ਼ ਦਿਓ ਕਰਨ ਲਈ, ਕੋਈ ਕੰਮ ਦੇ ਦਿਓ, ਉਹ ਕੰਮ ਨੂੰ ਜੋ ਕਰੂਗਾ ਤਾਂ ਕਰਕੇ ਸਿੱਖ ਸਕੂਗਾ। ਤਾਂ ਇਸ ਤਰੀਕੇ ਨਾਲ ਉਸ ਦੀਆਂ ਮਤਲਬ ਕਿ ਜਿਹੜੀਆਂ ਟੀਚਿੰਗ ਲਰਨਿੰਗ ਮਟੀਰੀਅਲ ਹੈ ਉਸ ਦੀ ਨੀਡ ਦੇ ਅਕੋਰਡਿੰਗ ਪ੍ਰੋਵਾਈਡ ਕਰਵਾਇਆ ਜਾਵੇ, ਤਾਂ ਇਹ ਰਿਮੀਡੀਅਲ ਟੀਚਿੰਗ ਦਾ ਬੈਸਟ ਵੀ ਹੋਏਗਾ। ਸਾਈਕੋਮੋਟਰ ਬੇਸਡ ਲਰਨਿੰਗ ਲਰਨਿੰਗ ਮਤਲਬ ਕਿ ਆਪਾਂ ਇੱਦਾਂ ਕਹਿ ਸਕਦੇ, ਆਪਾਂ ਨੇ ਉਹ ਨਹੀਂ ਪੜ੍ਹਿਆ ਸੀ ਕਾਈਨਸਥੈਟੀਕਲੀ ਵਾਲਾ ਕੱਲ੍ਹ, ਤਾਂ ਦੇਖੋ ਉਹ ਚੀਜ਼ ਹੈ, ਯਾਨੀ ਕਿ ਸਾਈਕੋਮੋਟਰ ਬੇਸਡ ਲਰਨਿੰਗ ਹੈ ਜਿਹੜੀ, ਠੀਕ ਹੈ ਜੀ। ਤਾਂ ਉਹ ਇਹੀ ਹੈ ਵੀ ਜਦੋਂ ਆਪਣੀਆਂ ਚੀਜ਼ਾਂ ਆਪਣੀਆਂ ਮਤਲਬ ਹੱਥ ਪੈਰ ਗਿਆਨ ਇੰਦਰੀਆਂ ਉਸ ਦੇ ਵਿੱਚ ਸ਼ਾਮਲ ਹੋਣਗੀਆਂ ਤਾਂ ਆਪਾਂ ਕਰਕੇ ਵਧੀਆ ਤਰੀਕੇ ਨਾਲ ਸਿੱਖ ਸਕਾਂਗੇ। ਇਸ ਤਰੀਕੇ ਨਾਲ ਵੀ ਰਿਮੀਡੀਅਲ ਟੀਚਿੰਗ ਬੱਚੇ ਨੂੰ ਦਿੱਤੀ ਜਾ ਸਕਦੀ ਹੈ। ਮੰਨ ਚਲੋ ਕਿਸੇ ਨੂੰ ਦਿੱਕਤ ਹੈ ਲਿਖਣ ਦੇ ਵਿੱਚ, ਤਾਂ ਉਹਨੂੰ ਆਪਾਂ ਕਹਾਂਗੇ ਤੂੰ ਇਹਦੇ ਉੱਤੇ ਐਂ ਹੱਥ ਫੇਰ ਕੇ ਦੇਖ ਵੀ ਇਹ ਅੱਖਰ ਕਿਵੇਂ ਲਿਖਿਆ ਜਾਂਦਾ ਹੈ ਨਾ, ਇੱਦਾਂ। ਤਾਂ ਇਸ ਤਰੀਕੇ ਨਾਲ ਆਪਾਂ ਉਹਨੂੰ ਇਹ ਸਭ ਚੀਜ਼ਾਂ ਸਿਖਾ ਸਕਦੇ ਹਾਂ। ਤਾਂ ਇਸ ਤਰੀਕੇ ਨਾਲ ਦੋਸਤੋ ਆਪਣੀ ਪੰਜਾਬੀ ਦੀ ਜਿਹੜੀ ਪੈਡਾਗੋਜੀ ਹੈ ਇਹ ਕੰਪਲੀਟ ਹੋ ਚੁੱਕੀ ਹੈ, ਅਤੇ ਸਾਰਿਆਂ ਨੂੰ ਮੁਬਾਰਕਾਂ ਹੋਣ ਜਿਨ੍ਹਾਂ ਨੇ ਹੁਣ ਤੱਕ ਦੀਆਂ ਸਾਰੀਆਂ ਕਲਾਸਿਸ ਜਿਹੜੀਆਂ ਉਹ ਅਟੈਂਡ ਕੀਤੀਆਂ ਨੇ। ਨਹੀਂ ਅਟੈਂਡ ਕੀਤੀਆਂ ਤਾਂ ਤੁਸੀਂ CTET ਦੀ ਪਲੇਲਿਸਟ ਦੇ ਵਿੱਚ ਜਾਓ, ਠੀਕ ਹੈ। ਤਾਂ ਸਟੱਡੀ ਫਾਈਟਰ ਸਰਚ ਕਰ ਲਿਆ ਕਰੋ, CTET ਪੈਡਾਗੋਜੀ ਸਟੱਡੀ ਫਾਈਟਰਸ ਤੁਹਾਡੇ ਸਾਹਮਣੇ ਸਾਰੀ ਆਪਣੀ ਪਲੇਲਿਸਟ 'ਤੇ ਆ ਜਾਏਗੀ। ਤਾਂ ਜਦੋਂ ਉਹ ਪਲੇਲਿਸਟ ਦੇ ਵਿੱਚ ਤੁਸੀਂ ਜਾਓਗੇ ਤਾਂ ਉੱਥੇ ਤੁਸੀਂ ਇਹ ਸਾਰੀਆਂ ਪੈਡਾਗੋਜੀ ਦੀਆਂ ਵੀਡੀਓਜ਼ ਦੇਖ ਸਕੋਗੇ। ਇੱਕ ਪ੍ਰੈਕਟਿਸ ਸੀਰੀਜ਼ ਲਾਂਚ ਕਰਨ ਦੀ ਸਲਾਹ ਹੈ, ਠੀਕ ਹੈ। ਤਾਂ ਇੱਕ ਵਾਰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਵੀ ਰਿਸਪੌਂਸ ਘੈਂਟ ਦਓਗੇ ਜਾਂ ਨਹੀਂ, ਠੀਕ ਹੈ। ਅਤੇ ਇਸ ਤੋਂ ਬਾਅਦ ਪੰਜਾਬੀ ਗ੍ਰਾਮਰ ਦੀਆਂ ਕੁਝ ਵੀਡੀਓਜ਼ ਆਉਣਗੀਆਂ, ਪੈਰਿੰਗ ਨੂੰ ਸੋਲਵ ਕਰਨ ਨਾਲ ਰਿਲੇਟਡ ਵੀਡੀਓਜ਼ ਆਉਣਗੀਆਂ, ਉਹ ਦੇਖ ਲਿਓ ਅਤੇ ਤੁਹਾਡੀ ਪੰਜਾਬੀ ਦੇ 30 ਨੰਬਰ ਪੱਕੇ ਹੋ ਜਾਣਗੇ। ਥੈਂਕ ਯੂ ਸੋ ਮੱਚ।